ਹੈਲੋ ਸਟੂਡੈਂਟਸ, ਅੱਜ ਦੇ ਇਸ ਲੈਕਚਰ 'ਚ ਲੀਨੀਅਰ ਅਲਜਬਰਾ ਫੀਲਡ ਕਰਨ ਜਾ ਰਹੇ ਹਾਂ। ਲੈਕਚਰ ਨੰਬਰ 11th ਲੈਕਚਰ। ਇਸ ਲੈਕਚਰ ਦੇ ਅੰਦਰ ਅਸੀਂ ਇੱਕ ਤਾਂ ਫੀਲਡ ਦੀ ਡੈਫੀਨੇਸ਼ਨ ਸਮਝਾਂਗੇ, ਨਾਲ ਦੀ ਨਾਲ ਇੱਕ ਕੁਐਸਚਨ ਕਰਨਾ। ਕੁਐਸਚਨਸ ਲੈਂਥੀ ਹੋਣਗੇ ਕਿਉਂਕਿ ਇਹਦੀਆਂ ਅਸੀਂ 11 ਪ੍ਰੋਪਰਟੀਜ਼ ਸੈਟੀਸਫਾਈ ਕਰਾਉਣੀਆਂ ਹੁੰਦੀਆਂ, 11 ਐਗਜ਼ੀਅਮ ਸੈਟੀਸਫਾਈ ਕਰਾਉਣੇ ਹੁੰਦੇ ਆ, 5 ਐਡੀਸ਼ਨ ਦੀਆਂ ਪ੍ਰੋਪਰਟੀਜ਼, 5 ਮਲਟੀਪਲਾਈਕੇਸ਼ਨ ਦੀਆਂ ਐਂਡ ਡਿਸਟਰੀਬਿਊਟਿਵ ਲਾਅ। ਇਹਦੇ ਨਾਲ ਇੱਕ ਅਸੀਂ ਲਾਸਟ ਰਿੰਗ ਦਾ ਕੁਐਸਚਨ ਕੀਤਾ, ਕੁਐਸਚਨ ਨੰਬਰ 14। ਉਹਦੀ ਸਟੇਟਮੈਂਟ ਥੋੜ੍ਹੀ ਜਿਹੀ ਅਧੂਰੀ ਰਹਿ ਗਈ ਸੀ, ਉਹਦੇ ਬਾਰੇ ਵੀ ਮੈਂ ਥੋੜ੍ਹੀ ਜਿਹੀ ਇੱਕ ਦੋ ਗੱਲਾਂ ਕਰਨੀਆਂ ਕਿ ਥੋੜ੍ਹੀ ਜਿਹੀ ਕਮੀ ਰਹਿ ਗਈ ਸੀ ਉਸ ਕੁਐਸਚਨ ਦੇ ਅੰਦਰ। ਉਹ ਡੈਫੀਨੇਸ਼ਨ ਤੋਂ ਬਾਅਦ ਅਸੀਂ ਉਹ ਵੀ ਡਿਸਕਸ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਅਸੀਂ ਹੁਣ ਸਮਝਦੇ ਹਾਂ ਡੈਫੀਨੇਸ਼ਨ ਆਫ ਫੀਲਡ। ਡੈਫੀਨੇਸ਼ਨ ਆਫ ਫੀਲਡ ਦੀ ਕੀ ਡੈਫੀਨੇਸ਼ਨ ਹੈ, ਬੜੇ ਧਿਆਨ ਨਾਲ ਸਮਝੋ। A commutative ring with unity and every non-zero element is unit. Every non-zero element is unit is called field. ਦੇਖੋ ਕੀ ਹੈ ਇਸ ਡੈਫੀਨੇਸ਼ਨ ਦੇ ਅੰਦਰ, ਬੜੇ ਧਿਆਨ ਨਾਲ ਸਮਝਣਾ। ਦੇਖੋ ਅਸੀਂ ਰਿੰਗ ਵਿੱਚ ਕੀ ਕਰਦੇ ਸੀ, ਰਿੰਗ ਦੀ ਕੀ ਸੀ ਡੈਫੀਨੇਸ਼ਨ। ਰਿੰਗ ਵਿੱਚ ਅਸੀਂ ਪ੍ਰੋਪਰਟੀਜ਼ ਆਫ ਐਡੀਸ਼ਨ ਕਰਦੇ ਸੀ। ਪ੍ਰੋਪਰਟੀਜ਼ ਆਫ ਐਡੀਸ਼ਨ, ਬੜੇ ਧਿਆਨ ਨਾਲ ਸਮਝਣਾ ਕੀ ਹੈ ਡੈਫੀਨੇਸ਼ਨ। ਪ੍ਰੋਪਰਟੀਜ਼ ਆਫ ਐਡੀਸ਼ਨ ਕਰਦੇ ਸੀ ਅਸੀਂ। ਫਸਟ ਪ੍ਰੋਪਰਟੀ ਸੀ ਸਾਡੀ ਕਲੋਜ਼ਰ, ਸੈਕਿੰਡ ਸੀ ਐਸੋਸੀਏਟਿਵ ਲਾਅ, ਥਰਡ ਸੀ ਐਗਜ਼ਿਸਟੈਂਸ ਆਫ ਆਈਡੈਂਟੀਟੀ। ਇਹ ਸਾਰੀਆਂ ਪ੍ਰੋਪਰਟੀਜ਼ ਅਸੀਂ ਵਿਦ ਰਿਸਪੈਕਟ ਟੂ ਐਡੀਸ਼ਨ ਕਰਦੇ ਸੀ। ਦੈਨ ਐਗਜ਼ਿਸਟੈਂਸ ਆਫ ਇਨਵਰਸ ਐਂਡ ਫਿਫਥ ਪ੍ਰੋਪਰਟੀ ਕਰਦੇ ਸੀ ਅਸੀਂ ਕਮਿਊਟੇਟਿਵ ਲਾਅ। ਇਹ ਸੀ ਸਾਡੀਆਂ 5 ਪ੍ਰੋਪਰਟੀਜ਼। ਫਿਰ ਅਸੀਂ ਕਰਦੇ ਸੀ ਪ੍ਰੋਪਰਟੀਜ਼ ਆਫ ਮਲਟੀਪਲਾਈਕੇਸ਼ਨ ਦੀਆਂ ਪ੍ਰੋਪਰਟੀਜ਼ ਕਰਦੇ ਸੀ ਅਸੀਂ। ਡੈਫੀਨੇਸ਼ਨ ਸਮਝਣ ਦੀ ਕੋਸ਼ਿਸ਼ ਕਰਿਓ। ਫਸਟ ਪ੍ਰੋਪਰਟੀ ਕਰਦੇ ਸੀ ਕਲੋਜ਼ਰ, ਸੈਕਿੰਡ ਕਰਦੇ ਸੀ ਐਸੋਸੀਏਟਿਵ ਲਾਅ, ਬਸ। ਸੀ ਪੁਆਇੰਟ 'ਤੇ ਅਸੀਂ ਕਰਦੇ ਸੀ ਡਿਸਟਰੀਬਿਊਟਿਵ ਲਾਅ। ਉਹ ਤੁਹਾਨੂੰ ਪਤਾ ਕੀ ਸੀ ਪ੍ਰੋਪਰਟੀ, ਫਾਰ all A B C belongs to set R implies A into B plus C is equal to A into B plus A into C। ਇਸ ਤਰੀਕੇ, ਜਾਂ ਅਸੀਂ B plus C ਨੂੰ ਲੈਫਟ ਸਾਈਡ 'ਤੇ ਲਿਖ ਸਕਦੇ ਸੀ, A ਨੂੰ ਰਾਈਟ ਸਾਈਡ 'ਤੇ ਲਿਖ ਸਕਦੇ ਸੀ। ਇਸ ਤਰੀਕੇ ਅਸੀਂ ਕਰਦੇ ਸੀ। ਇਹ 5 ਪ੍ਰੋਪਰਟੀ 2 7 ਐਂਡ 8 ਪ੍ਰੋਪਰਟੀ ਸੈਟੀਸਫਾਈ ਕਰਾ ਦਈਏ ਤਾਂ ਹੋ ਜਾਂਦਾ ਸੀ ਰਿੰਗ। ਹੁਣ ਮੈਂ ਕਹਿ ਕੀ ਰਿਹਾ, ਫੀਲਡ ਸਮਝਣ ਦੇ ਲਈ ਪਹਿਲੇ ਰਿੰਗ ਨੂੰ ਸਮਝਣਾ ਪੈਣਾ। ਅਤੇ ਰਿੰਗ ਵਿੱਚ ਕੀ ਕਹਿ ਰਹੇ ਅਸੀਂ, ਅ ਕਮਿਊਟੇਟਿਵ ਰਿੰਗ। ਅਤੇ ਰਿੰਗ ਕਿਹੜਾ ਹੋਣਾ ਚਾਹੀਦਾ, ਕਮਿਊਟੇਟਿਵ ਰਿੰਗ। ਕਮਿਊਟੇਟਿਵ ਰਿੰਗ ਮੀਨਸ, ਬੜੇ ਧਿਆਨ ਨਾਲ ਸਮਝੋ, ਅਸੀਂ ਕਹਿਣ ਦੀ ਕੀ ਕੋਸ਼ਿਸ਼ ਕਰਦੇ ਪਏ ਹਾਂ। ਕੀ ਕਹਿਣ ਦੀ ਕੋਸ਼ਿਸ਼ ਕਰਦੇ ਪਏ ਹਾਂ ਅਸੀਂ, ਦੇਖੋ ਕਹਿੰਦੇ ਕਮਿਊਟੇਟਿਵ ਲਾਅ ਵੀ ਹੋਲਡ ਹੋ ਜਾਵੇ। ਕਮਿਊਟੇਟਿਵ ਪ੍ਰੋਪਰਟੀ ਵੀ ਹੋਲਡ ਹੋ ਜਾਵੇ। ਮੈਂ ਕੀ ਕਹਿ ਰਿਹਾ, ਰਿੰਗ ਹੋਵੇ, ਕਮਿਊਟੇਟਿਵ ਰਿੰਗ ਹੋਵੇ ਵਿਦ ਯੂਨਿਟੀ, ਉਹਦੀ ਯੂਨਿਟੀ ਵੀ ਹੋਵੇ, ਮਲਟੀਪਲਾਈਕੇਟਿਵ ਆਈਡੈਂਟੀਟੀ ਹੋਵੇ। ਕਹਿਣ ਦਾ ਮੀਨਿੰਗ ਮਤਲਬ ਆਈਡੈਂਟੀਟੀ ਵਾਲੀ ਪ੍ਰੋਪਰਟੀ ਵੀ ਹੋਲਡ ਹੋਵੇ। ਆਈਡੈਂਟੀਟੀ ਕਹਿ ਲਓ ਚਾਹੇ ਯੂਨਿਟੀ ਕਹਿ ਲਓ, ਮੀਨਿੰਗ ਸੇਮ ਹੈ। ਆਈਡੈਂਟੀਟੀ ਕਹਿ ਲਓ ਚਾਹੇ ਯੂਨਿਟੀ ਕਹਿ ਲਓ, ਮੀਨਿੰਗ ਸੇਮ ਹੈ। ਦੇਖੋ ਇੰਟਰੈਕਟਲੀ ਮੈਂ ਕਿੰਨੀ ਵੱਡੀ ਡੈਫੀਨੇਸ਼ਨ ਨੂੰ ਇਹ 2 ਲਾਈਨਾਂ 'ਚ ਕਹਿ ਰਿਹਾ। ਕਮਿਊਟੇਟਿਵ ਰਿੰਗ, ਦੇਖੋ ਨਾ, ਰਿੰਗ ਵਿੱਚ ਤਾਂ 5 ਪ੍ਰੋਪਰਟੀਜ਼ ਦੈਨ 2 ਦੈਨ ਇਹ ਹੋ ਹੀ ਗਈਆਂ। ਹੁਣ
ਫੀਲਡ ਵਿੱਚ ਕੀ ਆ, ਕਮੂਟੇਟਿਵ ਰਿੰਗ, ਕਮੂਟੇਟਿਵ ਪ੍ਰੋਪਰਟੀ ਵਿਦ ਰਿਸਪੈਕਟ ਟੂ ਮਲਟੀਪਲੀਕੇਸ਼ਨ ਵੀ ਹੋਵੇ ਐਂਡ ਵਿਦ ਯੂਨਿਟੀ, ਯੂਨਿਟੀ ਵੀ ਹੋਵੇ, ਕਹਿਣ ਦਾ ਮੀਨਿੰਗ ਮਲਟੀਪਲੀਕੇਟਿਵ ਆਈਡੈਂਟੀਟੀ ਵੀ ਹੋਵੇ ਐਂਡ ਇੱਕ ਚੀਜ਼ ਹੋਰ ਹੋਵੇ, ਐਵਰੀ ਨੋਨ ਜ਼ੀਰੋ ਐਲੀਮੈਂਟ ਆਫ ਸੈਟ, ਐਵਰੀ ਨੋਨ ਜ਼ੀਰੋ ਐਲੀਮੈਂਟ ਇਜ਼ ਯੂਨਿਟ, ਹਰ ਇੱਕ ਐਲੀਮੈਂਟ ਦਾ ਇਨਵਰਸ ਵੀ ਨਿਕਲਦਾ ਹੋਵੇ, ਕਹਿਣ ਦਾ ਮੀਨਿੰਗ ਆ ਮਲਟੀਪਲੀਕੇਟਿਵ ਇਨਵਰਸ ਵੀ ਹੋਵੇ ਹਰ ਇੱਕ ਐਲੀਮੈਂਟ ਦਾ, ਉਹਨੂੰ ਅਸੀਂ ਕਹਿੰਦੇ ਆ ਯੂਨਿਟ। ਲਓ ਜੀ 5 ਪ੍ਰੋਪਰਟੀਜ਼ ਹੋ ਗਈਆਂ ਇਹ ਵੀ, ਕਹਿਣ ਦਾ ਮੀਨਿੰਗ ਇਹ ਹੋ ਗਿਆ ਫੀਲਡ ਕਿਹਨੂੰ ਕਹਿਣਾ, ਕਮੂਟੇਟਿਵ ਰਿੰਗ ਹੋਵੇ ਵਿਦ ਯੂਨਿਟੀ ਹੋਵੇ, ਤੀਸਰੀ ਗੱਲ ਐਵਰੀ ਨੋਨ ਜ਼ੀਰੋ ਐਲੀਮੈਂਟ ਯੂਨਿਟ ਹੋਵੇ, ਕਹਿਣ ਦਾ ਮੀਨਿੰਗ ਆ 3 ਪ੍ਰੋਪਰਟੀ ਅਸੀਂ ਪ੍ਰੋਪਰਟੀਜ਼ ਕਹਿ ਰਹੇ ਆ। ਆ ਦੇਖੋ ਆ 5th ਪ੍ਰੋਪਰਟੀ, ਓਕੇ, ਯੂਨਿਟੀ ਇਹ ਹੋ ਗਈ 3rd ਪ੍ਰੋਪਰਟੀ ਐਂਡ ਐਵਰੀ ਨੋਨ ਜ਼ੀਰੋ ਐਲੀਮੈਂਟ ਯੂਨਿਟ ਇਹ ਹੋ ਗਈ ਮਲਟੀਪਲੀਕੇਟਿਵ ਇਨਵਰਸ ਵਾਲੀ ਪ੍ਰੋਪਰਟੀ। ਸੋ ਜੇ ਅਸੀਂ ਐਡੀਸ਼ਨ ਦੀਆਂ 5 ਪ੍ਰੋਪਰਟੀਜ਼ ਕਰਾ ਦਈਏ, ਜਿਹਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਜੇ ਇਹ 5 ਪ੍ਰੋਪਰਟੀ ਹੋ ਜਾਣ ਤਾਂ ਉਹ ਬਿਲੀਅਨ ਗਰੁੱਪ ਹੋ ਜਾਏਗਾ ਵਿਦ ਰਿਸਪੈਕਟ ਟੂ ਐਡੀਸ਼ਨ। ਇੱਦਾਂ ਹੀ ਜੇ ਅਸੀਂ ਮਲਟੀਪਲੀਕੇਸ਼ਨ ਦੀਆਂ ਵੀ 5 ਪ੍ਰੋਪਰਟੀਜ਼ ਕਰਵਾ ਦਈਏ, ਡਿਸਟਰੀਬਿਊਟਿਵ ਲਾ ਹੋਲਡ ਕਰਾ ਦਈਏ ਤਾਂ ਉਹ ਹੋ ਜਾਏਗਾ ਫੀਲਡ, ਉਹਨੂੰ ਅਸੀਂ ਕੀ ਕਵਾਂਗੇ, ਫੀਲਡ ਕਵਾਂਗੇ, ਫੀਲਡ, ਉਹਨੂੰ ਅਸੀਂ ਕਵਾਂਗੇ ਫੀਲਡ। ਉਮੀਦ ਕਰਦਾ ਕਿ ਤੁਹਾਨੂੰ ਡੈਫੀਨੇਸ਼ਨ ਸਮਝ ਆ ਗਈ ਹੋਏਗੀ। ਜਦੋਂ ਵੀ ਅਸੀਂ ਫੀਲਡ ਸ਼ੋਅ ਕਰਾਉਣਾ, ਐਡੀਸ਼ਨ ਦੀਆਂ 5 ਪ੍ਰੋਪਰਟੀਜ਼ ਸ਼ੋਅ ਕਰਾਵਾਂਗੇ, ਮਲਟੀਪਲੀਕੇਸ਼ਨ ਦੀਆਂ ਵੀ 5 ਪ੍ਰੋਪਰਟੀਜ਼ ਕਰਾਵਾਂਗੇ ਅਤੇ ਇੱਕ ਡਿਸਟਰੀਬਿਊਟਿਵ ਲਾ ਕਰਾਵਾਂਗੇ। ਹਾਂਜੀ, ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਚੁੱਕੀ ਹੋਏਗੀ। ਹੁਣ ਮੈਂ ਇਹ ਗੱਲ ਕਰਾਂ ਕਿ ਸਾਡਾ 14 ਕੁਐਸਚਨ ਸੀ ਪਿਛਲਾ ਜੋ ਅਸੀਂ ਕੀਤਾ, ਮੈਂ ਉਹਦੀ ਗੱਲ ਕਰ ਜਾਵਾਂ ਫਿਰ ਮੈਨੂੰ ਯਾਦ ਨਾ ਭੁੱਲ ਜੇ। ਉਹ ਸੀ ਕੁਐਸਚਨ ਇਸ ਟਾਈਪ ਦਾ ABC 0, ABC ਸ਼ਾਇਦ ਸੈਟ ਆਫ ਰੈਸ਼ਨਲ ਨੂੰ ਬਿਲੋਂਗ ਕਰਦਾ ਹੈ। ਸ਼ੋਅ ਇਹ ਕਰਨਾ ਸੀ, ਉਹਦੇ ਵਿੱਚ ਕੀ ਸ਼ੋਅ ਕਰਨਾ ਸੀ, ਸ਼ੋਅ ਇਹ ਕਰਨਾ ਸੀ ਕਿ ਇਹ ਕੀ ਆ, ਇਜ਼ ਨੋਨ ਕਮੂਟੇਟਿਵ ਰਿੰਗ, ਨੋਨ ਕਮੂਟੇਟਿਵ ਰਿੰਗ ਵਿਦ ਯੂਨਿਟੀ, ਵਿਦ ਯੂਨਿਟੀ ਵੀ ਸੀ। ਮੈਂ ਸਟੇਟਮੈਂਟ 'ਚ ਨਾ ਤਾਂ ਲਿਖਿਆ ਸੀ ਨੋਨ ਕਮੂਟੇਟਿਵ, ਨਾ ਲਿਖਿਆ ਸੀ ਵਿਦ ਯੂਨਿਟੀ ਵਿਦ ਰਿਸਪੈਕਟ ਟੂ ਐਡੀਸ਼ਨ ਐਂਡ ਮਲਟੀਪਲੀਕੇਸ਼ਨ। ਮੈਂ ਪਹਿਲੇ ਤਾਂ ਇਕੱਲਾ ਰਿੰਗ ਹੀ ਸ਼ੋਅ ਕਰਵਾਇਆ ਸੀ, ਬਾਅਦ 'ਚ ਮੈਨੂੰ ਯਾਦ ਆਇਆ ਕਿ ਨੋਨ ਕਮੂਟੇਟਿਵ ਰਿੰਗ ਵੀ ਕਰਵਾਉਣਾ ਸੀ, ਬਟ ਮੈਂ ਸਟੇਟਮੈਂਟ 'ਚ ਨਹੀਂ ਸੀ ਲਿਖਿਆ, ਬਟ ਮੈਨੂੰ ਵੈਸੇ ਯਾਦ ਆ ਗਿਆ ਕਿ ਇਸ ਸਟੇਟਮੈਂਟ ਵਿੱਚ ਨੋਨ ਕਮੂਟੇਟਿਵ ਵੀ ਸ਼ੋਅ ਕਰਾਉਣਾ ਹੁੰਦਾ, ਮੈਂ ਉਹ ਕਰਵਾ ਦਿੱਤਾ। ਆ ਯੂਨਿਟੀ ਫਿਰ ਰਹਿ ਗਿਆ। ਸੋ ਇਹਦੇ ਲਈ ਤੁਸੀਂ ਉਹ ਜਿਹੜੀ 4th ਪ੍ਰੋਪਰਟੀ ਆ ਉਹ ਵੀ ਕਰਨੀ ਆ। ਪਹਿਲਾਂ ਤੁਸੀਂ ਰਿੰਗ ਕਰਵਾ ਦਿੱਤਾ ਸ਼ੋਅ ਕਿ ਆਰ ਕੀ ਹੋ ਗਿਆ, ਰਿੰਗ ਕੀ ਸ਼ੋਅ ਕਰਾਤਾ ਤੁਸੀਂ, ਆਰ ਨੂੰ ਤੁਸੀਂ ਰਿੰਗ ਸ਼ੋਅ ਕਰਵਾ ਦਿੱਤਾ। ਦੈਨ ਮੈਂ ਇੱਕ ਕਮੂਟੇਟਿਵ ਲਾ ਪ੍ਰੋਪਰਟੀ ਕੀਤੀ, ਫਿਰ ਤੁਸੀਂ ਕਹਿ ਦਿੱਤਾ ਆਰ ਇਜ਼ ਨੋਨ ਕਮੂਟੇਟਿਵ ਰਿੰਗ, ਨੋਨ ਕਮੂਟੇਟਿਵ ਰਿੰਗ। ਫਿਰ ਇੱਕ ਪ੍ਰੋਪਰਟੀ ਹੋਰ ਸ਼ੋਅ ਕਰਾ ਦੋਗੇ, ਐਗਜ਼ਿਸਟੈਂਸ ਆਫ ਆਈਡੈਂਟੀਟੀ। ਫਿਰ ਤੁਸੀਂ ਕੀ ਕਰਾਓਗੇ, ਐਗਜ਼ਿਸਟੈਂਸ ਆਫ ਆਈਡੈਂਟੀਟੀ ਸ਼ੋਅ ਕਰਵਾ ਦਿਓ, ਚਾਹੇ ਇਸ ਤਰੀਕੇ ਬਾਅਦ 'ਚ ਹੀ ਕਰ ਦਿਓ। ਕੀ ਕਰੋਗੇ ਉਹਦੇ 'ਚ, ਲੈਟ ਏ ਕਿਸ ਟਾਈਪ ਦੀ ਲਓਗੇ, A1 B1 0 C1 ਬਿਲੋਂਗਸ ਟੂ G, ਦੇਅਰ ਐਗਜ਼ਿਸਟ ਆਈਡੈਂਟੀਟੀ I 1 0 0 1 ਬਿਲੋਂਗਸ ਟੂ R, not G but R such that show ਕਰ ਦੋਗੇ A into I is equal to A is equal to I into A. So I is identity element with respect to multiplication, or you can say unity. So ਬਾਅਦ ਵਿੱਚ ਕਹਿ ਦੋਗੇ so hence R is non commutative ring with unity, ਕਿਉਂਕਿ with unity ਵੀ ਹੋਲਡ ਕਰਦੀ ਹੈ। ਓਕੇ, ਹੁਣ ਅਸੀਂ ਫੀਲਡ ਦੇ ਕੁਐਸਚਨ ਸਟਾਰਟ ਕਰਦੇ ਹਾਂ। ਹਾਂਜੀ, ਕੁਐਸਚਨ ਨੰਬਰ 3 ਕਰਨ ਜਾ ਰਹੇ ਹਾਂ। ਕੰਪਲੀਟ ਹੀ ਕੁਐਸਚਨ ਕਰਾਂਗੇ, ਇੰਪੋਰਟੈਂਟ ਕੁਐਸਚਨ। ਸ਼ੋ ਦੈਟ ਸੈਟ ਆਫ ਰੈਸ਼ਨਲ ਕਿਊ ਇਜ਼ ਫੀਲਡ ਅੰਡਰ ਕੰਪੋਜੀਸ਼ਨ, ਪਲੱਸ ਹੀ ਬੋਲੂੰਗਾ ਮੈਂ, ਪਲੱਸ ਐਂਡ ਮਲਟੀਪਲੀਕੇਸ਼ਨ ਡਿਫਾਈਨਡ ਐਜ਼। ਹੁਣ ਡਿਫਾਈਨ ਕਿਵੇਂ ਕੀਤਾ, ਪਲੱਸ ਕਿਸ ਤਰੀਕੇ ਕਰਨਾ, A ਤੇ B ਨੂੰ A + B - 1, ਇਹ ਡੈਫੀਨੇਸ਼ਨ ਆ ਇਸ ਪਲੱਸ ਸਾਈਨ ਦੀ। A ਨੂੰ B ਨਾਲ ਮਲਟੀਪਲਾਈ ਕਿਸ ਤਰੀਕੇ ਕਰਨਾ, A + B - AB। ਮਲਟੀਪਲਾਈ ਇਸ ਕੰਪੋਜੀਸ਼ਨ ਦਾ ਮੀਨਿੰਗ ਕੀ ਆ, A + B - AB।
ए प्लस बी माइनस ए बी। इस कंपोजिशन का मीनिंग ए वाला, इस कंपोजिशन का मीनिंग ए वाला। ये स्पैशल कंपोजिशनस है। सब तो पहला असी करांगे ए प्रॉपर्टीज़ ऑफ एडिशन, प्रॉपर्टीज़ ऑफ एडिशन, प्रॉपर्टीज़ ऑफ एडिशन। ए तो बी असी सैट ऑफ रैशनल चो लैने, बड़े ध्यान नाल समझना। ए तो बी असी लैने सैट ऑफ रैशनल चो। लैट ए बी बिलोंग्स टू सैट ऑफ रैशनल। देखो इस टाइप के क्वेश्चन किस तरीके करने हैं, ये चीज़ बनाने की कोशिश करनी है। सम ऑफ रैशनल इज़ आल्सो रैशनल विच इंप्लाइज सम ऑफ रैशनल इज़ आल्सो रैशनल। ओके, -1 इज़ आल्सो रैशनल नंबर, सो ऐड -1 ए प्लस बी -1 बिलोंग्स टू सैट ऑफ रैशनल बिकॉज सम ऑफ रैशनल इज़ रैशनल। वट इज़ दिस? फ्रॉम डेफिनेशन A composition B also belongs to Q because this step is equal to this step. So ਇੱਥੋਂ ਚੱਲੇ ਅਸੀਂ A B belongs to rational, A composition B also rational, so Q is closed under addition, under addition ਜਾਂ ਤੁਸੀਂ ਇਹ ਕਹਿ ਸਕਦੇ ਆ closure property hold। AC first property which is closure property लिखना भूल गया मैं। Now second is associative law, associative law, further associative law। Let A B C belongs to set of rational, A composition B composition C, A composition हाँ जी B तो C नू किस तरीके प्लस करना अकॉर्डिंग टू दिस डेफिनेशन B प्लस C -1। नाउ ये फर्स्ट एलीमेंट है, सैकेंड एलीमेंट, इन्हां च किस तरीके असी करना A प्लस B प्लस C -1 ए बी सी सैट ऑफ रैशनल है, जिन्होंने मर्जी पहले ऐड कर लो, कोई फर्क नहीं। सो असी इनू इस तरीके लिख सकते हैं, कोई प्रॉब्लम नहीं। फर्दर ए प्लस बी प्लस सी, ए प्लस बी -1 प्लस सी, ए प्लस बी -1 प्लस सी -1 ऐड करके -1 करना। ये फार्मूला साढ़े को इस कंपोजिशन को की करना, किस तरीके सॉल्व करना, ऐड करके -1। सो ए प्लस बी प्लस सी -2। सो फ्रॉम फर्स्ट एंड सेकेंड इट इज़ क्लियर ए प्लस बी कंपोजिशन सी इज़ इक्वल टू ए प्लस बी प्लस सी। सो लिख दोगे, सो एसोसिएटिव लॉ होल्ड, एसोसिएटिव लॉ होल्ड अंडर एडिशन। नीचे लिखोगे लाइन एसोसिएटिव लॉ होल्ड इन विद रिस्पेक्ट टू एडिशन। हुण असीं करांगे एग्जिस्टेंस ऑफ आइडेंटिटी, एग्जिस्टेंस ऑफ आइडेंटिटी। ओके, लेट A belongs to Q, be any element, be any element, there exist। देखो इस क्वेश्चन च मैनू ये नहीं पता कि आइडेंटिटी की आनी है, आइडेंटिटी की आनी। मैं सपोज कर लेना कि आइडेंटिटी E है, बिलोंग्स टू Q सच दैट वट इज़ द डेफिनेशन ऑफ आइडेंटिटी A कंपोजिशन E इज़ इक्वल टू ए। ये डेफिनेशन है कि असी वो एलीमेंट सर्च करना Q चों, उस सैट चों, सो दैट ए नू ऑपरेट करिए विद रिस्पेक्ट टू गिवन कंपोजिशन, आंसर वो सेम ही आ जाए। वो आइडेंटिटी असी चूज़ करनी है। हुण तुसीं इहदी डेफिनेशन अप्लाई करोगे ए प्लस ई -1 इज़ इक्वल टू ए। इनू हुण सिंपलीफाई करोगे ए माइनस ए हो जाएगा 0, ई दी वैल्यू आ जाएगी 1। सो 1 इज़ आइडेंटिटी एलीमेंट,
ਸੋ 1 ਇਜ਼ ਆਈਡੈਂਟਿਟੀ ਐਲੀਮੈਂਟ। ਹੁਣ ਤੁਸੀਂ ਕਰਕੇ ਦੇਖ ਸਕਦੇ ਆ, ਇਹ ਕੰਪੋਜੀਸ਼ਨ 1 ਕਰਕੇ ਦੇਖੋ ਤੁਸੀਂ, ਇਹ ਹੀ ਆਂਸਰ ਆਉਣਾ, a +1 -1 1 -1 0, ਸੋ ਇਹ ਆਂਸਰ ਆਏਗਾ। ਸੋ A is identity element, additive identity। ਇਹ ਆ ਗਈ ਸਾਡੀ additive identity element। Now fourth property, existence of inverse। Let A belongs to Q be any element। ਹੁਣ ਦੇਖੋ ਮੈਨੂੰ ਇੱਥੇ ਇਨਵਰਸ ਵੀ ਨਹੀਂ ਪਤਾ ਕੀ ਆਉਣਾ, ਸੋ ਮੈਂ ਸਪੋਜ਼ ਕਰ ਲੈਂਦਾ ਕਿ ਮੇਰੇ ਕੋਲ ਇਨਵਰਸ x ਆ, x ਬਿਲੋਂਗਸ ਟੂ Q such that what is the definition of inverse। A ਨੂੰ x ਨਾਲ ਆਪਰੇਟ ਕਰੋ, ਆਂਸਰ ਆਈਡੈਂਟਿਟੀ ਆਉਣਾ ਚਾਹੀਦਾ, E ਆਉਣਾ ਚਾਹੀਦਾ। ਸੋ A + x - 1, ਆਈਡੈਂਟਿਟੀ ਕੀ ਸੀ 1, ਸੋ x ਕੈਲਕੂਲੇਟ ਕਰ ਲੋਗੇ, ਸੋ ਉਹ ਆ ਜਾਏਗਾ 1 - a + 1, ਸੋ x ਆ ਗਿਆ 2 - a, ਸੋ x ਕੀ ਸੀ ਇਨਵਰਸ, ਸੋ x ਦੀ ਵੈਲੂ ਆ ਗਈ 2 - a, ਸੋ ਇਨਵਰਸ ਆਫ a ਇਜ਼ 2 - a, ਸੋ ਇਨਵਰਸ ਆਫ a ਇਜ਼ 2 - a। ਸਿਮਿਲਰਲੀ ਸਪੋਜ਼ ਕਰੋ ਤੁਸੀਂ b ਐਲੀਮੈਂਟ ਚੂਜ਼ ਕੀਤਾ, b ਦਾ ਇਨਵਰਸ ਕੀ ਹੋਏਗਾ 2 - b। C ਦਾ ਇਨਵਰਸ ਕੀ ਹੋਏਗਾ, ਸਪੋਜ਼ ਕਰੋ C ਐਲੀਮੈਂਟ ਚੂਜ਼ ਕਰ ਲਿਆ, C ਦਾ ਹੋਏਗਾ 2 - c। ਇੱਦਾਂ ਹੀ D ਦਾ ਕੀ ਹੋਏਗਾ 2 - d ਐਂਡ ਸੋ ਈਚ ਐਲੀਮੈਂਟ ਹੈਵ ਇਨਵਰਸ, ਸੋ ਈਚ ਐਲੀਮੈਂਟ ਹੈਵ ਇਨਵਰਸ। ਨਾਓ ਹੁਣ ਕਮਿਊਟੇਟਿਵ ਲਾ, ਪ੍ਰੋਪਰਟੀ ਨੰਬਰ 5, ਕਮਿਊਟੇਟਿਵ ਲਾ। ਹਾਂਜੀ ਹੁਣ ਅਸੀਂ ਕਰਨ ਜਾ ਰਹੇ ਹਾਂ ਪ੍ਰੋਪਰਟੀ ਨੰਬਰ 5, ਕਮਿਊਟੇਟਿਵ ਲਾ। ਕਮਿਊਟੇਟਿਵ ਲਾ, ਲੈਟ ਬਹੁਤ ਸਿੰਪਲ ਹੈ, ਲੈਟ A B ਬਿਲੋਂਗਸ ਟੂ Q, A + B is equal to A + B - 1 by this definition। ਇਹਨੂੰ ਅਸੀਂ ਲਿਖ ਸਕਦੇ ਹਾਂ B + A - 1, ਸੋ B + A, ਸੋ ਕਮਿਊਟੇਟਿਵ ਲਾ ਹੋਲਡ ਵਿਦ ਰਿਸਪੈਕਟ ਟੂ ਐਡੀਸ਼ਨ। ਹੁਣ ਅਸੀਂ ਕਰਾਂਗੇ B ਪਾਰਟ, ਪ੍ਰੋਪਰਟੀਜ਼ ਆਫ ਮਲਟੀਪਲਾਈਕੇਸ਼ਨ। ਹੁਣ ਅਸੀਂ ਕਰਨ ਜਾ ਰਹੇ ਹਾਂ ਪ੍ਰੋਪਰਟੀਜ਼ ਆਫ ਮਲਟੀਪਲਾਈਕੇਸ਼ਨ। ਲੈਟ ਫਸਟ ਪ੍ਰੋਪਰਟੀ, ਕਲੋਜ਼ਰ ਪ੍ਰੋਪਰਟੀ, ਲੈਟ A B belongs to Q implies A + B and A into B also belongs to Q, which further implies A + B - AB also belongs to Q, then which implies it can be written as A dot C belongs to Q। so closure property hold। ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਰਹੀ ਹੋਏਗੀ। ਨਾਓ ਸੈਕਿੰਡ ਪ੍ਰੋਪਰਟੀ, ਐਸੋਸੀਏਟਿਵ ਲਾ। ਲੈਟ A B C belongs to set of rational A into B into C is equal to A, ਹਾਂਜੀ B ਕੰਪੋਜੀਸ਼ਨ C, ਇਹ ਵਾਲੀ ਡੈਫੀਨੇਸ਼ਨ ਅਪਲਾਈ ਕਰੋ, B + C - BC। ਫਰਦਰ ਹੁਣ ਫਿਰ ਦੁਬਾਰਾ ਇਹ ਫਸਟ ਐਲੀਮੈਂਟ, ਇਹ ਸੈਕੰਡ ਐਲੀਮੈਂਟ, A + B + C - BC, A + B ਹੋ ਗਿਆ, ਦੈਨ A into B ਕਰਨਾ, B + C - BC, ਸੋ A + B + C - BC - AB AC + ABC। ਨਾਓ ਦੂਸਰੀ ਸਾਈਡ A ਤੇ ਬ੍ਰੈਕਟ ਪਾਓਗੇ C, A + B - AB composition C। ਨਾਓ ਸਾਰੀ ਬ੍ਰੈਕਟ ਫਸਟ ਐਲੀਮੈਂਟ, ਓਕੇ, + C
A plus B minus AB into C. So A plus B minus AB plus C minus A minus B AC BC ਮਲਟੀਪਲਾਈ ਕਰੋਗੇ A B C ਪਲੱਸ ਵਿੱਚ ਤੁਸੀਂ ਕੀ ਦੇਖਦੇ ਆ ਫਰੋਮ ਇਕੁਏਸ਼ਨ ਫਸਟ ਐਂਡ ਸੈਕੰਡ ਦਿਸ ਸਟੈਪ ਇਜ਼ ਇਕੁਅਲ ਟੂ ਦਿਸ ਸਟੈਪ ਸੋ ਨੀਚੇ ਲਿਖ ਦੋਗੇ ਐਸੋਸੀਏਟਿਵ ਲਾ ਹੋਲਡ ਵਿਦ ਰਿਸਪੈਕਟ ਟੂ ਮਲਟੀਪਲੀਕੇਸ਼ਨ ਫਰਦਰ ਅਸੀਂ ਕਰਾਂਗੇ ਐਗਜ਼ਿਸਟੈਂਸ ਆਫ ਆਈਡੈਂਟੀਟੀ ਫਰਦਰ ਅਸੀਂ ਕਰਾਂਗੇ ਐਗਜ਼ਿਸਟੈਂਸ ਆਫ ਆਈਡੈਂਟੀਟੀ ਐਗਜ਼ਿਸਟੈਂਸ ਆਫ ਆਈਡੈਂਟੀਟੀ ਜਿਹੜੀ ਮਲਟੀਪਲੀਕੇਟਿਵ ਆਈਡੈਂਟੀਟੀ ਹੈ ਨਾ ਇਹਨੂੰ ਅਸੀਂ ਯੂਨਿਟੀ ਵੀ ਬੋਲਦੇ ਹਾਂ ਕੀ ਬੋਲਦੇ ਹਾਂ ਯੂਨਿਟੀ ਲੈਟ A belongs to Q be any element ਹੁਣ ਮੈਨੂੰ ਆਈਡੈਂਟੀਟੀ ਦਾ ਪਤਾ ਨਹੀਂ ਵਿਦ ਰਿਸਪੈਕਟ ਟੂ ਦਿਸ ਕੰਪੋਜੀਸ਼ਨ ਮੈਂ ਸਪੋਜ਼ ਕਰ ਲੈਂਦਾ E belongs to Q be ਆਈਡੈਂਟੀਟੀ ਐਲੀਮੈਂਟ ਸੱਚ ਦੈਟ A ਨੂੰ ਓਪਰੇਟ ਕਰੋ ਉਸ ਆਈਡੈਂਟੀਟੀ ਦੇ ਨਾਲ ਆਨਸਰ ਕੀ ਆਉਣਾ ਚਾਹੀਦਾ A ਆਨਸਰ ਆਉਣਾ ਚਾਹੀਦਾ A so A plus E minus AE is equal to A so E minus AE is 0 E comma 1 minus A is 0 so E is 0 and 1 minus A not equal to 0 further implies A not is equal to 1 now so 0 is identity element so 0 is unity now then property number 4 existence of unit element ਜਾਂ ਕਹਿ ਲਓ ਇਨਵਰਸ ਜਾਂ ਕਹਿ ਲਓ unit let A belongs to Q ਸਪੋਜ਼ ਕਰ ਲਓ ਕਿ X ਇਨਵਰਸ ਆ ਸੱਚ ਦੈਟ ਸਪੋਜ਼ ਕਰ ਲਓ ਕਿ X ਇਨਵਰਸ ਆ A ਕੰਪੋਜੀਸ਼ਨ X ਆਨਸਰ ਕੀ ਆਉਣਾ ਚਾਹੀਦਾ ਆਈਡੈਂਟੀਟੀ ਆਉਣਾ ਚਾਹੀਦਾ ਉਹ ਅਸੀਂ X ਫਾਈਂਡ ਕਰਨਾ ਉਹ X ਕੀ ਹੋਏਗਾ ਇਸ A ਦਾ ਇਨਵਰਸ ਹੋਏਗਾ ਡੈਫੀਨੇਸ਼ਨ ਲਗਾ ਦਿਓ ਇਸ ਕੰਪੋਜੀਸ਼ਨ ਦੀ A plus X minus AX and E is 0 E is 0 0 is identity so x common 1 minus A is equal to minus A so x ਆ ਗਿਆ A ਨੂੰ ਐਡਜਸਟ ਕਰ ਦਿਓ A upon A minus 1 so inverse of A is ਨਾਲ ਇਹ ਵੀ ਲਿਖ ਦਿਓ ਕਿ A not is equal to 1 inverse of A is A upon A minus 1 similarly inverse of B is B over B minus 1 inverse of C is C over C minus 1 and so on so inverse of each element exists inverse of each element exists now commutative law property number 5 commutative law let A B belongs to Q be any element okay A composition B करो is equal to A plus B minus AB can be written as B plus A minus BA which is B composition A so commutative law hold so commutative law hold ਹੁਣ ਅਸੀਂ ਕਰਾਂਗੇ ਲਾਸਟ C ਪਾਰਟ ਡਿਸਟ੍ਰੀਬਿਊਟਿਵ ਲਾਅ ਹੁਣ ਅਸੀਂ ਕਰਾਂਗੇ ਡਿਸਟ੍ਰੀਬਿਊਟਿਵ ਲਾਅ C point distributive law let A B belongs to A B C belongs to Q A composition B plus वाली composition A पहले ब्रैकेट सॉल्व करोगे B plus C minus 1 by this composition now ਹੁਣ ਇਹ ਫਸਟ ਐਲੀਮੈਂਟ ਇਹ ਸਾਰੇ ਬ੍ਰੈਕਟ ਸੈਕੰਡ ਐਲੀਮੈਂਟ A plus B plus C minus 1 minus A into B plus C minus
1 ਸੋ a ਪਲੱਸ b ਪਲੱਸ c ਮਾਈਨਸ 1 ਮਾਈਨਸ ab ਮਾਈਨਸ ac ਪਲੱਸ a। ਸੋ ਇਹਦੇ ਤੁਸੀਂ ਸਿੰਪਲੀਫਾਈ ਕਰੋਗੇ ਇਹ ਚੀਜ਼ ਨੂੰ c। ਸੋ a ਪਲੱਸ b ਮਾਈਨਸ ab ਕੰਪੋਜੀਸ਼ਨ ਆ ਜਾਏਗੀ ਵਿੱਚ ਪਲੱਸ a ਪਲੱਸ c ਮਾਈਨਸ ac। ਹੁਣ ਪਲੱਸ ਵਾਲੀ ਕੰਪੋਜੀਸ਼ਨ ਅਪਲਾਈ ਕਰੋਗੇ a ਪਲੱਸ b ਮਾਈਨਸ ab ਪਲੱਸ a ਪਲੱਸ c ਮਾਈਨਸ ac ਮਾਈਨਸ 1 a ਪਲੱਸ b ਮਾਈਨਸ 1 ਬਾਈ ਦਿਸ ਕੰਪੋਜੀਸ਼ਨ a ਪਲੱਸ b ਮਾਈਨਸ 1। ਤੁਸੀਂ ਦੋਵਾਂ ਸਟੈਪ ਨੂੰ ਕੰਪੇਅਰ ਕਰੋ, ਕੋਈ ਫਰਕ ਨਹੀਂ। ਸੋ ਵਿਚ ਇੰਪਲਾਈਜ਼ a ਕੰਪੋਜੀਸ਼ਨ b ਕੰਪੋਜੀਸ਼ਨ ਪਲੱਸ ਵਾਲੀ c ਇਜ਼ ਇਕੁਅਲ ਟੂ c। ਸੋ ਡਿਸਟ੍ਰੀਬਿਊਟਿਵ ਲਾ ਹੋਲਡ। ਸੋ ਡਿਸਟ੍ਰੀਬਿਊਟਿਵ ਲਾ ਹੋਲਡ, ਹਾਂਜੀ ਡਿਸਟ੍ਰੀਬਿਊਟਿਵ ਲਾ ਹੋਲਡ। ਹੈਂਸ ਸੈਟ ਕਿਊ ਇਜ਼ ਫੀਲਡ, ਕਿਉਂਕਿ ਅਸੀਂ ਵਿਦ ਰਿਸਪੈਕਟ ਟੂ ਐਡੀਸ਼ਨ 5 ਪ੍ਰੋਪਰਟੀਜ਼ ਸੈਟੀਸਫਾਈ ਕਰਵਾਈਆਂ, ਦੈਨ ਵਿਦ ਰਿਸਪੈਕਟ ਟੂ ਮਲਟੀਪਲੀਕੇਸ਼ਨ 5 ਪ੍ਰੋਪਰਟੀਜ਼ ਕਰਵਾਤੀਆਂ ਐਂਡ ਡਿਸਟ੍ਰੀਬਿਊਟਿਵ ਲਾ ਵੀ ਹੋਲਡ ਕਰ ਗਿਆ। ਸੋ ਇਹਦੇ ਨਾਲ ਇਹ ਹੋ ਗਿਆ ਫੀਲਡ। ਹੁਣ ਦੇਖੋ ਜੀ ਇਹ ਫੀਲਡ ਆ, ਜੇ ਸੈਟ ਆਫ ਰੈਸ਼ਨਲ ਫੀਲਡ ਆ ਤਾਂ ਮੈਂ ਇਹ ਕਹਿ ਸਕਦਾ ਕਿ ਇਹ ਜੋ ਸੈਟ ਆ ਇਹ ਵਿਦ ਰਿਸਪੈਕਟ ਟੂ ਐਡੀਸ਼ਨ ਗਰੁੱਪ ਵੀ ਆ, ਇਹ ਵਿਦ ਰਿਸਪੈਕਟ ਟੂ ਮਲਟੀਪਲੀਕੇਸ਼ਨ ਵੀ ਗਰੁੱਪ ਆ, ਇਹ ਅਬਿਲੀਅਨ ਗਰੁੱਪ ਵੀ ਆ, ਵਿਦ ਰਿਸਪੈਕਟ ਟੂ ਐਡੀਸ਼ਨ ਵਿਦ ਰਿਸਪੈਕਟ ਟੂ ਮਲਟੀਪਲੀਕੇਸ਼ਨ ਵੀ ਗਰੁੱਪ ਆ, ਇਹ ਰਿੰਗ ਵੀ ਆ, ਇਹ ਕਮਿਊਟੇਟਿਵ ਰਿੰਗ ਵੀ ਆ, ਇਹ ਕਮਿਊਟੇਟਿਵ ਰਿੰਗ ਵਿਦ ਯੂਨਿਟੀ ਵੀ ਆ, ਕਿਉਂਕਿ ਉਹ ਸਾਰੀਆਂ ਪ੍ਰੋਪਰਟੀਜ਼ ਇੱਥੇ ਸੈਟੀਸਫਾਈ ਹੋ ਚੁੱਕੀਆਂ। ਸੋ ਇਹ ਹੋ ਗਿਆ ਫੀਲਡ। ਇੱਦਾਂ ਹੀ ਮੈਂ ਅਗਲੇ ਲੈਕਚਰ ਦੇ ਅੰਦਰ ਕੁਛ ਇਸ ਟਾਈਪ ਦੇ ਹੋਰ ਕੁਐਸਚਨ ਕਰਾਂਗੇ ਅਤੇ ਉਮੀਦ ਕਰਦਾ ਕਿ ਉਹ ਮੇਰਾ ਲਾਸਟ ਲੈਕਚਰ ਹੋਏਗਾ, ਲੈਕਚਰ ਨੰਬਰ 12। ਉਸ ਤੋਂ ਬਾਅਦ ਅਸੀਂ ਵੈਕਟਰ ਸਪੇਸ, ਵੈਕਟਰ ਸਬ ਸਪੇਸ ਸ਼ੁਰੂ ਕਰਾਂਗੇ, ਜੋ ਜ਼ਿਆਦਾ ਸਿੰਪਲ ਆ ਇਸ ਟੌਪਿਕ ਨਾਲੋਂ। ਸੋ ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਰਹੀ ਹੋਏਗੀ। ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਵੀਡੀਓ ਨੂੰ ਲਾਈਕ ਵੀ ਕਰਦੇ ਕਰੋ। ਸੋ ਥੈਂਕ ਯੂ।